ਗੁਰਮੀਤ ਬਾਵਾ ਜੀ ਇੱਕ ਬਹੁਤ ਵੱਡਾ ਨਾਮ ਸੀ। ਇੱਕ ਸਦੀ ਇੱਕ ਯੁੱਗ ਚਲਾ ਗਿਆ ਪੰਜਾਬੀ ਲੋਕ ਗਾਇਕੀ ਦਾ। ਮੈਂ ਥੰਮ ਕਵਾਂ ਪਿਲਰ ਕਵਾਂ ਤੇ ਉਹ ਸਾਡੀ ਛੱਤ ਦੇ ਥੱਲੇੋਂ ਨਿਕਲ ਗਿਆ। ਜਿੰਨਾ ਔਖਾ ਦੇਸੀ ਘਿਓ ਪਚਾਉਣਾ ਹੁੰਦਾ ਏ ਉਨਾ ਹੀ ਔਖਾ ਵਧੀਆ ਗੀਤ ਚਲਾਉਣਾ ਹੁੰਦਾ ਏ। ਪੰਜਾਬ ਦੇ ਕਲਚਰ ਨੂੰ ਲੋਕਾਂ ਤੱਕ ਲੈ ਕੇ ਗਏ। ਅਲਗੋਜ਼ਿਆਂ ਨਾਲ ਗਾਇਆ, ਚਿਮਟੇ ਨਾਲ ਗਾਇਆ ਤੇ ਮਤਲਬ ਇਹੋ ਜਿਹੇ ਜਿਹੜੇ ਲੋਕ ਸਾਜ਼ ਨੇ ਉਹਨਾਂ ਦੇ ਨਾਲ ਹੀ ਗਾਉਣ ਦੀ ਟਰਾਈ ਕੀਤੀ ਜਿਹੜਾ ਕਿ ਸਾਡਾ ਵਿਰਸਾ ਹੈ। ਕੀ ਇਹਦੇ ਲਈ ਰੂਲ ਬਣਾਉਣੇ ਪੈਣਗੇ ਕਿ ਕੋਈ ਆਪਣੇ ਬਜ਼ੁਰਗ ਕੋਈ ਵੱਡੇ ਤੁਰ ਜਾਣ ਤੇ ਅਸੀਂ ਉਹਨਾਂ ਲਈ ਉਹਨਾਂ ਦਾ ਬਣਦਾ ਉਹਨਾਂ ਦੇ ਕੱਦ ਕਾਠ ਦੇ ਹਿਸਾਬ ਨਾਲ ਉਹਨਾਂ ਨੂੰ ਵਿਦਾਇਗੀ ਨਾ ਦੇ ਸਕੀਏ। ਜਿਹੜੀ ਵਧੀਆ ਸ਼ਾਇਰੀ ਹੁੰਦੀ ਆ, ਵਧੀਆ ਗਾਇਕੀ ਹੁੰਦੀ ਆ, ਉਹਨੂੰ ਹਿੱਟ ਕਰਨਾ ਵੀ ਬਹੁਤ ਔਖਾ ਆ। ਜਿਹੜਾ ਸ਼ੋਸ਼ਾ ਹੈ ਉਹ ਬਹੁਤ ਸੌਖਾ ਹਿੱਟ ਹੋ ਜਾਂਦਾ। ਲੰਬੀ ਹੇਕ ਦੀ ਮਾਲਕਨ ਗੁਰਮੀਤ ਬਾਵਾ ਭਾਵੇਂ ਹੁਣ ਸਾਡੇ ਵਿਚਕਾਰ ਨਹੀਂ ਹਨ, ਪਰ ਉਹਨਾਂ ਦੇ ਰਿਕਾਰਡ ਸਦੀਆਂ ਤੱਕ ਸਾਡੇ ਕੋਲ ਇੱਕ ਕੀਮਤੀ ਖਜ਼ਾਨੇ ਦੀ ਤਰ੍ਹਾਂ ਰਹਿਣਗੇ। ਤੁਹਾਨੂੰ ਦੱਸ ਦਈਏ ਕਿ ਕੱਲ ਉਹਨਾਂ ਦੇ ਅੰਤਿਮ ਅਰਦਾਸ ਤੇ ਪਹੁੰਚੇ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਸੋਗ ਜਤਾਇਆ ਹੈ। ਇਸ ਦੁੱਖ ਦੀ ਘੜੀ 'ਚ ਉਹਨਾਂ ਦੀ ਬੇਟੀ ਗਲੋਰੀ ਬਾਵਾ ਨੂੰ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਗਾਇਕ ਹੌਸਲਾ ਦੇਣ ਪਹੁੰਚੇ, ਜਿੱਥੇ ਉਹਨਾਂ ਗੁਰਮੀਤ ਬਾਵਾ ਲਈ ਕਈ ਖਾਸ ਗੱਲਾਂ ਸਾਂਝੀਆਂ ਕੀਤੀਆਂ। ਉਹਨਾਂ ਦੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ, ਉਹਨਾਂ ਦੀ ਵਿਚਾਰਧਾਰਾ ਨੂੰ ਸੰਭਾਲ ਕੇ ਰੱਖਣਾ ਚਾਹੀਦਾ। ਕਲਚਰ ਦੀ ਜਿਹੜੀ ਪਾਲਿਸੀ ਹੈ ਉਹ ਇਹੀ ਹੈ ਕਿ ਗੁਰਮੀਤ ਬਾਵਾ ਵਰਗੇ ਲੋਕਾਂ ਨੂੰ ਜਿਨ੍ਹਾਂ ਨੇ ਇਸ ਵਕਤ ਦੇ ਨਾਲ ਸਮਝੌਤਾ ਨਹੀਂ ਕੀਤਾ, ਸਾਡੇ ਵਾਂਗ ਨਹੀਂ ਹੋਏ ਕਿ ਅਸੀਂ ਦਿਲ ਲੈ ਗਈ ਕੁੜੀ ਗੁਜਰਾਤ ਦੀ ਗਾਣ ਲੱਗੇ ਜਾਂ ਕੋਈ ਕਿਉਂਕਿ ਪੈਸੇ ਕਮਾਉਣ ਵਾਸਤੇ ਜਾਂ ਮਸ਼ਹੂਰ ਹੋਣ ਵਾਸਤੇ। ਉਹਨਾਂ ਨੇ ਉਹੀ ਜੀਵਨ ਰੱਖਿਆ, ਉਹਨਾਂ ਹੀ ਸਾਦਾ ਜੀਵਨ ਰੱਖਿਆ, ਉਹੀ ਸਾਦੀ ਗਾਇਕੀ ਜਿਹੜੀ ਸੀ ਉਹ ਲੋਕਾਂ ਤੱਕ ਪਹੁੰਚਾਈ ਤੇ ਪੰਜਾਬ ਦੇ ਕਲਚਰ ਨੂੰ ਲੋਕਾਂ ਤੱਕ ਲੈ ਕੇ ਗਏ। ਅਲਗੋਜ਼ਿਆਂ ਨਾਲ ਗਾਇਆ, ਚਿਮਟੇ ਨਾਲ ਗਾਇਆ ਤੇ ਮਤਲਬ ਇਹੋ ਜਿਹੇ ਜਿਹੜੇ ਲੋਕ ਸਾਜ਼ ਨੇ ਉਹਨਾਂ ਦੇ ਨਾਲ ਹੀ ਗਾਉਣ ਦੀ ਟਰਾਈ ਕੀਤੀ ਜਿਹੜਾ ਕਿ ਸਾਡਾ ਵਿਰਸਾ ਹੈ। ਸੋ ਆਈ ਥਿੰਕ ਸਰਕਾਰ ਨੂੰ ਇਹਨਾਂ ਚੀਜ਼ਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ। ਦੇਖੋ ਜੀ, ਗੁਰਮੀਤ ਬਾਵਾ ਜੀ ਇੱਕ ਬਹੁਤ ਵੱਡਾ ਨਾਮ ਸੀ। ਇੱਕ ਸਦੀ ਇੱਕ ਯੁੱਗ ਚਲਾ ਗਿਆ ਪੰਜਾਬੀ ਲੋਕ ਗਾਇਕੀ ਦਾ। ਮੈਂ ਥੰਮ ਕਵਾਂ ਪਿਲਰ ਕਵਾਂ ਤੇ ਉਹ ਸਾਡੀ ਛੱਤ ਦੇ ਥੱਲੇੋਂ ਨਿਕਲ ਗਿਆ। ਬੜਾ ਜ਼ਰੂਰੀ ਹੈ ਇਹੋ ਜਿਹੇ ਲੋਕਾਂ ਨੂੰ ਇਸ ਵਕਤ 'ਤੇ ਉਹਨਾਂ ਦੇ ਬਣਦੇ ਹੱਕ ਦੇ ਤਰੀਕੇ ਦੇ ਨਾਲ, ਉਹਨਾਂ ਦੇ ਬਣਦੇ ਕੱਦ ਕਾਠ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਤੋਰਨਾ ਤੇ ਸਾਡੇ ਵੱਲੋਂ ਸ਼ਰਧਾਂਜਲੀ ਉਹਨਾਂ ਨੂੰ ਇਸ ਰੂਪ ਦੇ ਵਿੱਚ ਉਹਨਾਂ ਦੇ ਕਦਮਾਂ 'ਚ ਨਤਮਸਤਕ ਹੋ ਕੇ ਉਹਨਾਂ ਨੂੰ ਵਿਦਾਇਗੀ ਦੇਣਾ ਸਾਡਾ ਫਰਜ਼ ਬਣਦਾ ਹੈ। ਸੋ ਬੜੀ ਦੁੱਖ ਵਾਲੀ ਗੱਲ ਹੈ ਕਿ ਅੱਜ ਉਹ ਸਾਡੇ ਦਰਮਿਆਨ ਨਹੀਂ ਹੈਗੇ। ਵਿਰਸਾ ਕਿਤੇ ਨਾ ਕਿਤੇ ਵਿਛੜਦਾ ਜਾ ਰਿਹਾ। ਵਿਰਸੇ ਦੇ ਲੋਕ, ਵਿਰਸੇ ਦੇ ਸਿੰਗਰ ਜਿਹੜੇ ਨੇ ਵਿਛੜਦੇ ਜਾ ਰਹੇ ਨੇ। ਕੀ ਕੁਝ ਕਰਨਾ ਚਾਹੀਦਾ? ਵਿਰਾਸਤ ਤੇ ਹੁਣ ਇਹ ਹੈ ਕਿ ਚੰਦ ਹੀ ਲੋਕਾਂ ਤੱਕ ਮਹਿਦੂਦ ਰਹਿ ਗਈ ਆ। ਸੋ ਉਹਨੂੰ ਸਹੀ ਤਰੀਕੇ ਨਾਲ ਚਲਾਉਣ ਦੇ ਲਈ ਬਹੁਤ ਸਾਰੇ ਲੋਕ ਯਤਨਸ਼ੀਲ ਵੀ ਨੇ ਔਰ ਚੰਗੇ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ। ਤੇ ਇਹ ਹੈ ਕਿ ਚੰਗੀ ਮਾੜੀ ਚੀਜ਼ ਹਮੇਸ਼ਾ ਹੀ ਚੱਲਦੀ ਆਈ ਹੈ ਸ਼ੁਰੂ ਤੋਂ ਹੀ। ਭਗਵਾਨ, ਮੈਂ ਅੱਗੇ ਗੱਲ ਕਰਦਾ ਸੀ ਭਗਵਾਨ ਰਾਮ ਜੀ ਦੇ ਟਾਈਮ ਤੋਂ ਹੀ ਜੇ ਆਪਾਂ ਗੱਲ ਕਰੀਏ ਤਾਂ ਉਹ ਚੱਲਦਾ ਹੀ ਆਇਆ ਜੀ। ਉਹ ਸਿੰਗਰ ਬਹੁਤ ਘੱਟ ਪਹੁੰਚੇ ਸੰਸਕਾਰ ਵਾਲੇ ਦਿਨ। ਬੜੀ ਦੁਖਦਾਈ ਗੱਲ ਹੈ ਕਿ ਮੈਂ ਉਸ ਦਿਨ ਵੀ ਦਿੱਲੀ ਸੀਗਾ ਤੇ ਪਾਪਾ ਜੀ ਨੂੰ ਮੈਂ ਜਦੋਂ ਦੱਸਿਆ 1 ਘੰਟਾ ਪਹਿਲਾਂ ਮੈਨੂੰ ਪਤਾ ਲੱਗਿਆ ਮੇਰੇ ਜਾਣ ਤੋਂ। ਮੇਰੀ ਫਲਾਈਟ ਸੀ ਕਿ 2:30 ਵਜੇ ਦੀ, ਤਾਂ ਮੈਨੂੰ 12:30 ਵਜੇ ਪਤਾ ਲੱਗਿਆ। ਮੈਂ ਤਾਂ ਨਹੀਂ ਪਹੁੰਚ ਸਕਿਆ ਕਿਉਂਕਿ ਉਸ ਸਮੇਂ ਮੇਰੀ ਫਲਾਈਟ ਸੀ ਤੇ ਜ਼ਰੂਰੀ ਵੀ ਸੀਗਾ ਕਿਉਂਕਿ ਕਮਿਟਮੈਂਟਸ ਵੀ ਜ਼ਰੂਰੀ ਨੇ। ਤੇ ਪਾਪਾ ਜੀ ਆਏ ਸੀਗੇ, ਉਦੋਂ ਮੈਨੂੰ ਪਤਾ ਲੱਗਿਆ। ਸਤਿੰਦਰ ਸੱਤੀ ਜੀ ਨਾਲ ਮੇਰੀ ਅਗਲੇ ਦਿਨ ਗੱਲ ਹੋਈ ਜਦੋਂ ਮੈਂ ਉਹਨਾਂ ਦੀ ਪੋਸਟ ਦੇਖੀ ਕਿ ਉਹਨਾਂ ਨੂੰ ਬੜਾ ਦੁੱਖ ਲੱਗਿਆ ਇਸ ਗੱਲ ਦਾ। ਸੋ ਮੈਨੂੰ ਵੀ ਬਹੁਤ ਦੁੱਖ ਲੱਗਿਆ ਔਰ ਸਾਡੀ ਤਕਰੀਬਨ ਮੇਰੇ ਖਿਆਲ ਕੋਈ 20-25 ਮਿੰਟ ਇਸ ਟੌਪਿਕ 'ਤੇ ਗੱਲ ਹੋਈ। ਬੜਾ ਦੁੱਖ ਲੱਗਿਆ ਕਿ ਸਿਰਫ ਇੱਕ ਫੋਟੋ ਪਾ ਕੇ ਉਹਨਾਂ ਨੂੰ ਵਿਦਾਇਗੀ ਦੇਣਾ ਮਤਲਬ ਇੱਕ ਬੜਾ ਦੁਖਦਾਈ ਲੱਗਿਆ ਕਿ ਇੱਕ ਤੁਸੀਂ ਆਪਣੇ ਫੋਕੇ ਲਾਈਕਸ ਜੇ ਲੈਣ ਦੇ ਚੱਕਰ ਦੇ ਵਿੱਚ ਕਿਸੇ ਦਾ ਮੈਂ ਇਹ ਕਈ ਵਾਰੀ ਕੋਸ਼ਿਸ਼ ਕਰਦਾ ਕਿ ਮੈਂ ਕਿਸੇ ਦੇ ਤੁਰ ਜਾਣ 'ਤੇ ਫੋਟੋ ਨਾ ਪਾਵਾਂ। ਕੋਸ਼ਿਸ਼ ਕਰਾਂ ਕਿ ਉੱਥੇ ਜੇ ਮੈਂ ਟਾਈਮ 'ਤੇ ਨਹੀਂ ਪਹੁੰਚ ਸਕਿਆ ਤਾਂ ਉਹਨਾਂ ਦੇ ਨਾਲ ਹਮਦਰਦੀ ਜ਼ਰੂਰ ਕੀਤੀ ਜਾਵੇ ਉਸ ਪਰਿਵਾਰ ਦੇ ਨਾਲ। ਸੋ ਇੱਦਾਂ ਨਹੀਂ ਕਰਨਾ ਚਾਹੀਦਾ। ਪੰਜਾਬੀ ਇੰਡਸਟਰੀ ਦੇ ਵਿੱਚ ਜਿਹੜਾ ਇੱਕ ਮਾਣ ਸਤਿਕਾਰ, ਇੱਕ ਅਦਬ ਦਾ ਜਿਹੜਾ ਦਾਇਰਾ ਹੈ ਉਹਨੂੰ ਕਾਇਮ ਰੱਖਣਾ ਚਾਹੀਦਾ। ਉਹ ਵੀ ਇਹੋ ਜਿਹੇ ਲੋਕਾਂ ਲਈ ਉਹ ਤਾਂ ਬਣਦਾ, ਸਾਡਾ ਹੱਕ ਬਣਦਾ ਹੈ, ਸਾਡਾ ਫਰਜ਼ ਬਣਦਾ। ਉਹਨਾਂ 'ਤੇ ਹੱਕ ਸਾਡਾ ਇਹ ਹੈ ਕਿ ਅਸੀਂ ਉਹਨਾਂ ਕੋਲੋਂ ਕਹਿ ਕੇ ਕੁਝ ਸਿੱਖੀਏ, ਉਹਨਾਂ ਕੋਲ ਬਹਿ ਕੇ ਕੁਝ ਸਿੱਖੀਏ ਕਿ ਸਾਨੂੰ ਆਹ ਦੱਸੋ। ਤੇ ਫਰਜ਼ ਸਾਡਾ ਇਹ ਬਣਦਾ ਕਿ ਜਦੋਂ ਕੋਈ ਤੁਰ ਜਾਂਦਾ ਫਿਰ ਉੱਥੇ ਪਹੁੰਚਣਾ ਜ਼ਰੂਰੀ ਹੈ। ਇਹ ਸਾਡਾ ਹੱਕ ਹੈ, ਇਹ ਸਾਡਾ ਫਰਜ਼ ਆ। ਤੇ ਆਪਣਾ ਅਖਲਾਕ ਜਿਹੜਾ ਆ ਉਹ ਅਸੀਂ ਛੱਡਦੇ ਜਾ ਰਹੇ ਹਾਂ, ਭੁੱਲਦੇ ਜਾ ਰਹੇ ਹਾਂ। ਬੜੀ ਮਾੜੀ ਗੱਲ ਹੈ, ਬੜੀ ਸ਼ਰਮ ਵਾਲੀ ਗੱਲ। ਮੈਨੂੰ ਬਹੁਤ ਦੁੱਖ ਲੱਗਿਆ ਜੀ ਇਸ ਗੱਲ ਦਾ। ਔਰ ਮੈਂ ਸਤੀ ਜੀ ਨੂੰ ਵੀ ਉਦੋਂ ਕਿਹਾ ਕਿ ਮਤਲਬ ਇਹ ਚੀਜ਼ਾਂ ਦੇ ਲਈ ਸਾਨੂੰ ਸਖਤੀ ਨਾਲ ਥੋੜ੍ਹਾ ਜਿਹਾ ਪੇਸ਼ ਆਉਣਾ ਚਾਹੀਦਾ ਕਿ ਯਾਰ ਕੀ ਇਹਦੇ ਲਈ ਰੂਲ ਬਣਾਉਣੇ ਪੈਣਗੇ ਕਿ ਕੋਈ ਆਪਣੇ ਬਜ਼ੁਰਗ ਕੋਈ ਵੱਡੇ ਤੁਰ ਜਾਣ ਤੇ ਅਸੀਂ ਉਹਨਾਂ ਲਈ ਉਹਨਾਂ ਦਾ ਬਣਦਾ ਉਹਨਾਂ ਦੇ ਕੱਦ ਕਾਠ ਦੇ ਹਿਸਾਬ ਨਾਲ ਉਹਨਾਂ ਨੂੰ ਵਿਦਾਇਗੀ ਨਾ ਦੇ ਸਕੀਏ।
ਸੋ ਬੜੀ ਮਾੜੀ ਗੱਲ ਹੈ, ਬੜਾ ਦੁੱਖ ਲੱਗਿਆ ਜੀ ਸੁਣ ਕੇ ਦੇਖ ਕੇ। ਵਡਾਲੀ ਸਾਹਿਬ ਬਾਈ ਜੀ ਦੱਸੋ, ਜਿਹੜਾ ਅੱਜ ਪਹੁੰਚੇ ਹੋ, ਕੀ ਕਹਿਣਾ ਚਾਹੋਗੇ ਇਹੋ ਜਿਹੇ ਸਿੰਗਰ ਜਿਹੜੇ ਨੇ ਅੱਜ ਪਹੁੰਚ ਚੁੱਕੇ ਨੇ? ਅੱਜ ਇੱਕ ਪੰਜਾਬ ਦੀ ਲੋਕ ਆਵਾਜ਼ ਜਿਹੜੀ ਸਭ ਤੋਂ ਵੱਡੀ ਆਵਾਜ਼ ਸੀਗੀ, ਉਹ ਸਾਨੂੰ ਦੁਨਿਆਵੀ ਤੌਰ ਤੇ ਸਦਾ ਲਈ ਛੱਡ ਕੇ ਚਲ ਗਈ ਹੈ, ਪਰ ਉਹਨਾਂ ਦੀ ਜਿਹੜੀ ਡਿਜੀਟਲੀ ਆਵਾਜ਼ ਸਾਡੇ ਕੋਲ ਰਹਿ ਗਈ ਹੈ, ਉਹ ਸਦੀਆਂ ਤੱਕ ਪੰਜਾਬੀ ਲੋਕ ਗਾਇਕੀ ਦਾ ਚਾਨਣ ਮਨਾਰਾ ਬਣ ਕੇ ਰਹੂਗੀ। ਜਿਹੜੇ ਸਾਡੇ ਲੋਕ ਗੀਤ ਆ, ਜਿਹੜੀ ਪੰਜਾਬੀ ਸਾਡਾ ਨਾ ਸੰਸਕ੍ਰਿਤੀ, ਪੰਜਾਬੀ ਸਾਡਾ ਸੱਭਿਆਚਾਰ ਆ, ਵਿਰਾਸਤ ਆ ਸਾਡੀ, ਉਹ ਲੋਕ ਗੀਤਾਂ ਤੇ ਖੜੀ ਆ। ਪੰਜਾਬ ਨਾ ਲੋਕ ਗੀਤਾਂ ਗਾਇਕੀ ਨਾਲ ਬਹੁਤ ਜੁੜਿਆ ਹੋਇਆ ਪਹਿਲਾਂ ਤੋਂ ਹੀ, ਤੇ ਜਿਹੜੇ ਲੋਕ ਗੀਤ ਆ, ਉਹ ਜਿਹੜੇ ਲੋਕ ਗੀਤ ਉਹ ਹੁੰਦੇ ਜਿਨ੍ਹਾਂ ਦਾ ਰਚਨਹਾਰਾ ਇੱਕ ਜਾਂ ਦੋ ਬੰਦੇ, ਕੋਈ ਗੀਤਕਾਰ ਨਹੀਂ ਹੁੰਦਾ, ਉਹ ਸਦੀਆਂ ਵਿੱਚ ਬਜ਼ੁਰਗਾਂ ਦੇ ਮੂੰਹਾਂ ਤੋਂ ਬਣ ਕੇ ਲੋਕ ਮਨਾਂ ਵਿੱਚ ਰਚੇ ਹੁੰਦੇ ਆ। ਉਹ ਕਿਤਾਬਾਂ ਵਿੱਚ ਮਿਲਦੇ ਆ। ਸਾਡੇ ਬਹੁਤ ਸਾਰੇ ਮਹਿੰਦਰ ਸਿੰਘ ਰੰਧਾਵਾ ਵਰਗੇ ਮਹਾਨ ਲੋਕਾਂ ਨੇ ਪਿੰਡਾਂ 'ਚ ਜਾ ਕੇ ਉਹ ਇਕੱਠੇ ਕੀਤੇ, ਉਹ ਕਿਤਾਬੀ ਰੂਪ ਉਹਨਾਂ ਨੂੰ ਦਿੱਤਾ। ਪਰ ਉਹਨਾਂ ਨੂੰ ਕਿਸ ਤਰਜ਼ ਤੇ ਗਾਣਾ, ਸਾਡੇ ਬਜ਼ੁਰਗ ਕਿਵੇਂ ਗਾਉਂਦੇ ਸੀ, ਸਾਡੀਆਂ ਮਾਵਾਂ ਭੈਣਾਂ ਵਿਆਹਾਂ ਦੀਆਂ ਸਿੱਠਣੀਆਂ ਜਾਂ ਹੋਰ ਚੀਜ਼ਾਂ ਜਿਹੜੀਆਂ ਸੀਗੀਆਂ, ਉਹ ਕਿਹੜੀ ਤਰਜ਼ ਤੇ ਗਾਉਂਦੀਆਂ ਸੀ, ਉਹ ਆਉਣ ਵਾਲੀਆਂ ਸਦੀਆਂ ਤੱਕ, ਜਦੋਂ ਤੱਕ ਦੁਨੀਆ ਆ, ਜਦੋਂ ਕਿਸੇ ਨੂੰ ਉਹ ਸਾਡੇ ਲੋਕ ਗੀਤਾਂ ਦੀ ਤਰਜ਼ ਲੱਭਣੀ ਪਊਗੀ, ਉਹਨਾਂ ਨੂੰ ਗੁਰਮੀਤ ਬਾਵਾ ਲੱਭਣੀ ਪਊਗੀ। ਸੋ ਇਸ ਕਰਕੇ ਗੁਰਮੀਤ ਬਾਵਾ ਕਦੇ ਵੀ ਦੁਨੀਆ ਤੋਂ ਜਾ ਨਹੀਂ ਬਾਈ ਜੀ, ਸਕਦੇ। ਕੀ ਕਹਿਣਾ ਚਾਹੋਗੇ ਇਹੋ ਜਿਹੀ ਸਿੰਗਿੰਗ ਜਿਹੜੀ ਹੈ ਕਿਤੇ ਨਾ ਕਿਤੇ ਪਿੱਛੇ ਹਟਦੀ ਜਾ ਰਹੀ ਹੈ? ਅੱਜ ਕੱਲ੍ਹ ਹਥਿਆਰਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ, ਲੇਕਿਨ ਲੋਕ ਗੀਤਾਂ ਨੂੰ ਜਿਹੜੇ ਨੇ ਅੱਜ ਕਿਤੇ ਨਾ ਕਿਤੇ ਪਿਛੜਾਇਆ ਜਾ ਰਿਹਾ, ਪਿੱਛੇ ਕੀਤਾ ਜਾ ਰਿਹਾ। ਨਹੀਂ, ਠੀਕ ਹੀ ਆ, ਸਾਰਾ ਕੁਛ ਇਹ ਚੱਲੀ ਜਾਂਦਾ। ਪਹਿਲਾਂ ਤੋਂ ਹੀ ਜਦੋਂ ਗੁਰਮੀਤ ਬਾਵਾ ਜੀ ਸਿਖਰ ਤੇ ਗਾਉਂਦੇ ਸੀ, ਉਸ ਵੇਲੇ ਵੀ ਜਿਹੜੇ ਦੁਗਾਣੇ ਗਾਉਂਦੇ ਸੀ, ਦੋ ਅਰਥੀ ਦੁਗਾਣੇ ਹੁੰਦੇ ਸੀਗੇ ਉਦੋਂ, ਉਹ ਵੀ ਸ਼ਾਇਦ ਇਹਨਾਂ ਨਾਲੋਂ ਵੱਧ ਪ੍ਰੋਗਰਾਮ ਵੀ ਲਾਉਂਦੇ ਹੋਣਗੇ। ਪਰ ਇਹ ਨਾ ਸੁਹਿਰਦਤਾ ਹੁੰਦੀ ਆ ਕਿਸੇ ਬੰਦੇ ਦੀ। ਮੈਂ ਤੁਹਾਡੇ ਸਾਹਮਣੇ ਖੜਾ ਹੁਣ, ਮੈਂ ਕਮਲ ਹੀਰ ਤੇ ਸੰਗਤਾਰ, ਅਸੀਂ ਇਸ ਵੇਲੇ ਜਿਹੜੇ ਚੱਲਦੇ ਗਾਇਕ ਆ, ਉਹਨਾਂ ਵਿੱਚ ਸਾਡਾ ਨਾਂ ਸ਼ੁਮਾਰ ਹੁੰਦਾ ਹੈ ਨਾ। ਦੇਸ਼ਾਂ ਵਿਦੇਸ਼ਾਂ 'ਚ ਅਸੀਂ ਸ਼ੋਅ ਲਾਉਂਦੇ ਆ, ਅਸੀਂ ਤਾਂ ਕੋਈ ਹਥਿਆਰਾਂ ਨੂੰ ਪ੍ਰਮੋਟ ਨਹੀਂ ਕਰਦੇ, ਅਸੀਂ ਤਾਂ ਕੋਈ ਦੋ ਅਰਥੀ ਗਾਣੇ ਨਹੀਂ ਗਾਉਂਦੇ। ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ, ਉਸ ਗਾਣੇ 'ਚ ਤਾਂ ਕੋਈ ਸਾਡਾ ਦੋ ਅਰਥੀ ਗੱਲ ਨਹੀਂ ਹੈਗੀ। ਸੋ ਇਸ ਕਰਕੇ ਕਿਸੇ ਬਾਰੇ ਅਸੀਂ ਕੀ ਕਹਿਣਾ। ਸੋ ਜਿਹੜੀ ਗੁਰਮੀਤ ਬਾਵਾ ਜੀ ਨੇ ਇੱਕ ਲਾਈਨ ਫੜੀ ਸੀਗੀ, ਉਹ ਇਹ ਇੱਕ ਬਹੁਤ ਹੌਸਲੇ ਵਾਲੀ ਗੱਲ ਹੁੰਦੀ ਆ। ਇੱਕ ਮੰਗਲ ਹਠੂਰ ਦਾ ਸ਼ੇਰ ਆ, ਕਮਲ ਹੀਰ ਨੇ ਗਾਇਆ ਆ। ਉਹ ਕਹਿੰਦਾ, ਉਹਦੀ ਡੰਗਾਈ ਬਹੁਤ ਉਸ ਗੱਲ ਦੀ ਹੈ, ਸੌਖੀ ਜਿਹੀ ਲੱਗਦੀ ਆ। ਉਹ ਕਹਿੰਦਾ, ਜਿੰਨਾ ਔਖਾ ਦੇਸੀ ਘਿਓ ਪਚਾਉਣਾ ਹੁੰਦਾ ਏ, ਅੱਜ ਕੱਲ੍ਹ ਉਹ ਵੀ ਨਹੀਂ ਨਾ ਪਚਦਾ, ਜਿੰਨਾ ਔਖਾ ਦੇਸੀ ਘਿਓ ਪਚਾਉਣਾ ਹੁੰਦਾ ਏ, ਉਨਾ ਹੀ ਔਖਾ ਵਧੀਆ ਗੀਤ ਚਲਾਉਣਾ ਹੁੰਦਾ ਏ। ਸੋ ਜਿਹੜੀ ਵਧੀਆ ਸ਼ਾਇਰੀ ਹੁੰਦੀ ਆ, ਵਧੀਆ ਗਾਇਕੀ ਹੁੰਦੀ ਆ, ਉਹਨੂੰ ਹਿੱਟ ਕਰਨਾ ਵੀ ਬਹੁਤ ਔਖਾ ਆ। ਜਿਹੜਾ ਸ਼ੋਸ਼ਾ ਹੈ ਉਹ ਬਹੁਤ ਸੌਖਾ ਹਿੱਟ ਹੋ ਜਾਂਦਾ। ਸੋ ਗੁਰਮੀਤ ਬਾਵਾ ਜੀ ਨੇ ਸਿਰਫ ਤੇ ਸਿਰਫ ਜਿਹੜੇ ਲੋਕ ਗੀਤ ਆ ਬਜ਼ੁਰਗਾਂ ਦੇ ਸਾਡੇ, ਉਹਨਾਂ ਨੂੰ ਆਪਣੇ ਜ਼ੁਬਾਨ ਆਵਾਜ਼ ਦਿੱਤੀ ਆ। ਤੇ ਦੇਸ਼ਾਂ ਬਾਬਾ ਜੀ ਨੇ ਸਿਰਫ ਤੇ ਸਿਰਫ ਜਿਹੜੇ ਲੋਕ ਗੀਤ ਆ ਬਜ਼ੁਰਗਾਂ ਦੇ ਸਾਡੇ, ਉਹਨਾਂ ਨੂੰ ਆਪਣੇ ਜ਼ੁਬਾਨ ਆਵਾਜ਼ ਦਿੱਤੀ ਆ। ਤੇ ਦੇਸ਼ਾਂ ਵਿਦੇਸ਼ਾਂ 'ਚ ਇੰਨੇ 50 ਸਾਲ ਦੀ 60 ਸਾਲ ਦੀ ਗਾਇਕੀ ਆਪਣੀ ਲੋਕਾਂ ਸਾਹਮਣੇ ਪੇਸ਼ ਕੀਤੀ ਆ। ਉਹ ਇੱਕ ਬਹੁਤ ਵੱਡੀ ਵਿਰਾਸਤ ਪਿੱਛੇ ਛੱਡ ਗਏ ਆ। ਮੈਂ ਫਿਰ ਉਹ ਗੱਲ ਦੁਹਰਾਊਂਗਾ ਕਿ ਜਦੋਂ ਵੀ ਆਪਣੇ ਲੋਕ ਗੀਤਾਂ ਨੂੰ ਸਮਝਣਾ ਹੋਊਗਾ, ਆਉਣ ਵਾਲੀਆਂ ਸਦੀਆਂ ਨਹੀਂ, ਆਉਣ ਵਾਲੀ ਸਦਾ ਹੀ ਜਨਰੇਸ਼ਨ, ਹੋਰ ਸਾਨੂੰ ਕਿਸੇ ਕੋਲੋਂ ਨਹੀਂ ਮਿਲਦੇ, ਉਹ ਸਾਨੂੰ ਗੁਰਮੀਤ ਬਾਵਾ ਜੀ ਨੂੰ ਸੁਣਨਾ ਪਊਗਾ। ਆਉਣ ਵਾਲੀਆਂ ਜਨਰੇਸ਼ਨਾਂ ਨੂੰ ਜਦੋਂ PhDਆਂ ਹੋਣਗੀਆਂ ਕਿ ਆਹ ਤਰਜ਼ ਕਿਵੇਂ ਹੁੰਦੀ ਸੀ, ਇਸ ਟਿਊਨ ਨੂੰ ਕਿੱਦਾਂ ਗਾਇਆ ਜਾਂਦਾ ਸੀ। ਮਨਮੋਹਨ ਵਾਰਿਸ ਜੀ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਖੜੇ ਆ, ਤੇ ਉਹ ਐਡੇ ਵੱਡੇ ਮਹਾਨ ਕਲਾਕਾਰ ਸਨ, ਜਿਨ੍ਹਾਂ ਨੂੰ ਸਜਦਾ ਕਰਨਾ ਸਮੁੱਚੇ ਪੰਜਾਬੀਆਂ ਦਾ ਫਰਜ਼ ਬਣਦਾ ਹੈ, ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਗੁਰਮੀਤ ਬਾਵਾ ਹੋਣਾ ਨੇ ਸਾਡੀ ਲੋਕ ਵਿਰਾਸਤ ਨੂੰ, ਸਾਡੀ ਲੋਕ ਗਾਇਕੀ ਨੂੰ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ, ਭਾਰਤ ਦੇ ਵਿੱਚ ਹੀ ਨਹੀਂ, ਬਲਕਿ ਪੂਰੇ ਵਿਸ਼ਵ ਦੇ ਵਿੱਚ ਉਹਨਾਂ ਨੇ ਉਸ ਦੇ ਮਤਲਬ ਕਿ ਉਹਦਾ ਪ੍ਰਚਾਰ ਪ੍ਰਸਾਰ ਲਈ ਕੰਮ ਕੀਤਾ ਹੈ। ਤੇ ਅੱਜ ਉਹਨਾਂ ਦੇ ਅੰਤਮ ਅਰਦਾਸ 'ਚ ਸ਼ਾਮਲ ਹੋਣ ਲਈ ਅਚੇਚੇ ਤੌਰ ਤੇ ਪਹੁੰਚੇ ਹਾਂ, ਹੋਰ ਵੀ ਕਲਾਕਾਰ ਭਾਈਚਾਰਾ ਪਹੁੰਚੇ ਆ, ਤੇ ਸਾਡਾ ਫਰਜ਼ ਬਣਦਾ ਹੈਗਾ ਕਿ ਅਸੀਂ ਪਰਿਵਾਰ ਦੇ ਇਸ ਦੁੱਖ ਦੀ ਘੜੀ 'ਚ ਉਹਨਾਂ ਦੇ ਨਾਲ ਖੜੀਏ। ਤੇ ਨਾਲ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਕਿ ਸਰਕਾਰਾਂ ਨੂੰ ਵੀ ਕਲਾਕਾਰਾਂ ਦੀ ਬਾਂਹ ਫੜਨੀ ਚਾਹੀਦੀ ਹੈ। ਸਰਕਾਰਾਂ ਬਣਦੀਆਂ ਇਸੇ ਲਈ ਨੇ, ਲੋਕ ਬਣਾਉਂਦੇ ਨੇ, ਤੇ ਜਿਹੜੇ ਅੱਛੇ ਕਲਾਕਾਰ ਫਨਕਾਰ ਆਪਦੀ ਉਸ ਗਾਇਕੀ ਤੋਂ ਮਤਲਬ ਕਿ ਵਡੇਰੇ ਹੋ ਜਾਂਦੇ ਨੇ, ਪ੍ਰੋਗਰਾਮ ਘਟ ਜਾਂਦੇ ਨੇ, ਉਹਨਾਂ ਦੀ ਸਾਂਭ ਸੰਭਾਲ, ਉਹਨਾਂ ਨੂੰ ਸਾਂਭਣਾ ਹੈ, ਤੇ ਉਹਨਾਂ ਦੇ ਰੱਖ ਰਖਾਓ ਦੇ ਲਈ, ਉਹਨਾਂ ਦੇ ਪਰਿਵਾਰਾਂ ਦੇ ਰੱਖ ਰਖਾਓ ਦੇ ਲਈ, ਉਹਨਾਂ ਦੇ ਮੈਡੀਕਲ ਸਹੂਲਤਾਂ, ਤੇ ਉਹ ਸਾਰਾ ਕੁਝ ਸਰਕਾਰਾਂ ਨੂੰ ਕਰਨਾ ਚਾਹੀਦਾ। ਤੇ ਸਰਕਾਰਾਂ ਨੂੰ ਇਹਨਾਂ ਕਲਾਕਾਰਾਂ ਦੇ ਲਈ ਉਸ ਤਰ੍ਹਾਂ ਦਾ ਇੱਕ ਮਿਊਜ਼ੀਅਮ ਬਣਾਉਣਾ ਚਾਹੀਦਾ ਜਿੱਥੇ ਇਹਨਾਂ ਦੀ ਵਿਰਾਸਤ ਨੂੰ ਸਾਂਭਿਆ ਜਾ ਸਕੇ, ਆਉਣ ਵਾਲੀਆਂ ਪਨੀਰੀਆਂ ਉਹ ਤੋਂ ਕੁਝ ਸਿੱਖ ਸਕਣ, ਸੇਧ ਲੈ ਸਕਣ। ਸੋ ਇਸ ਗੱਲ ਦਾ ਮੈਨੂੰ ਦੁੱਖ ਵੀ ਹੈਗਾ
ਕਿ ਪਤਾ ਨਹੀਂ ਕਿਉਂ ਨਹੀਂ ਹੁਣ ਤੱਕ ਕਿਸੇ ਵੀ ਸਰਕਾਰ ਨੇ ਇਸ ਤਰ੍ਹਾਂ ਦਾ ਹਮਲਾ ਮਾਰਿਆ। ਤੇ ਸਾਡੇ ਮਾਨਯੋਗ ਮੁੱਖ ਮੰਤਰੀ ਚਰਨਜੀਤ ਚੰਨੀ ਹੋਣੀ, ਉਹਨਾਂ ਕੋਲ ਹੀ ਕਲਚਰ ਡਿਪਾਰਟਮੈਂਟ ਹੈ, ਉਹੀ ਵਜ਼ੀਰ ਨੇ ਇਸੇ ਦੇ, ਤੇ ਉਹਨਾਂ ਨੂੰ ਚਾਹੀਦਾ ਹੈ ਕਿ ਅੱਜ ਕੋਈ ਆਪਦੇ ਦੂਤ ਜਰੀਏ ਕੋਈ ਨਾ ਕੋਈ ਅੱਛੀ ਅਨਾਉਂਸਮੈਂਟ ਇੱਥੇ ਕਰਾਉਣ ਤੇ ਉਹਨਾਂ ਦੇ ਪਰਿਵਾਰ ਨੂੰ ਧਰਵਾਸ ਦੇਣ ਤੇ ਉਹਨਾਂ ਦੇ ਕੀਤੇ ਕੰਮਾਂ ਨੂੰ ਸਾਂਭਿਆ ਜਾਵੇ। ਕਹਿੰਦੇ ਨੇ ਸਾਡਾ ਇੱਕ ਕਲਚਰ ਡਿਪਾਰਟਮੈਂਟ ਵੱਲੋਂ ਪੰਜਾਬ ਦਾ ਮਿਊਜ਼ੀਅਮ ਤਿਆਰ ਕਰਵਾਇਆ ਜਾਵੇ ਅਤੇ ਬਾਕੀ ਵੀ ਹੋਰ ਕਲਾਕਾਰ ਜਿਹੜੇ ਪੰਜਾਬ ਦੇ ਇਸ ਵਡੇਰੀ ਉਮਰ 'ਚ ਨੇ ਉਹਨਾਂ ਨੂੰ ਮੈਡੀਕਲ ਸਹੂਲਤਾਂ ਦੇਣੀਆਂ, ਉਹਨਾਂ ਨੂੰ ਸਾਂਭਣਾ, ਉਹਨਾਂ ਨੂੰ ਪੈਨਸ਼ਨਾਂ ਲਾਉਣੀਆਂ, ਉਹ ਸਾਰਾ ਕੰਮ ਜਿਹੜਾ ਹੈਗਾ ਉਹ ਸਰਕਾਰਾਂ ਦਾ ਹੈ, ਕਿਉਂਕਿ ਸਰਕਾਰ ਲੋਕਾਂ ਦੀ ਹੈ। ਤੇ ਜਦੋਂ ਲੋਕ ਪੱਕੀ ਗੱਲਾਂ ਕਰਨਗੇ ਤੇ ਨੈਚੁਰਲੀ ਉਹ ਅੱਛਾ ਲੱਗੂਗਾ ਸਾਰੇ ਲੋਕਾਂ ਨੂੰ। ਆ ਹੁਣ ਗਰੀਬ ਜੀ ਨੇ ਇੱਥੇ ਅੰਮ੍ਰਿਤਸਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ, ਫਿਲਮੀ ਤੜਕਾ।